ਉਹ ਦੋਵੇਂ ਮੰਨਦੇ ਨੇ ਕਿ ਅਚਾਨਕ ਨਜ਼ਰਾਂ ਮਿਲੀਆਂ ਤੇ ਦਿਲਾਂ 'ਚ ਇੱਕ ਲਹਿਰ ਜਿਹੀ ਉੱਠੀ ਤੇ ਉਹ ਹਮੇਸ਼ਾ ਲਈ ਇੱਕ ਹੋ ਗਏ। ਨਿਸ਼ਚਿਤਤਾ ਕਿੰਨੀ ਖੂਬਸੂਰਤ ਹੈ, ਪਰ ਅਨਿਸ਼ਚਿਤਤਾ ਉਸ ਤੋਂ ਵੀ ਵੱਧ, ਕਿਉਂਕਿ ਉਹ ਪਹਿਲਾਂ ਕਦੀ ਨਹੀਂ ਮਿਲੇ। ਇਸ ਲਈ ਉਹ ਸੋਚਦੇ ਨੇ ਕਿ ਉਹਨਾਂ 'ਚ ਪਹਿਲਾਂ ਕੋਈ ਸਾਂਝ ਨਹੀਂ ਸੀ। ਪਰ ਕੀ ਪਤਾ ਉਹ ਗਲੀਆਂ 'ਚ, ਗਲਿਆਰਿਆਂ 'ਚ, ਪੌੜੀਆਂ 'ਚ ਕਿੰਨੀ ਵਾਰ ਇੱਕ ਦੂਜੇ ਦੇ ਕੋਲੋਂ ਦੀ ਗੁਜ਼ਰੇ ਹੋਣ। ਇਹ ਕਵਿਤਾ ਹੈਗੀ ਆ, ਇਹ ਕਵਿਤਾ ਜਿਹੜੀ ਇਹ ਵਿਸਵਾਵਾ ਸੰਬੋਰਸਕਾ ਦੀ ਹੈ, ਪੋਲੈਂਡ ਦੀ ਕਵਿਤਰੀ। ਇਹ ਪੂਰੀ ਕਵਿਤਾ ਨਹੀਂ ਹੈ, ਇਹ ਪਿਆਰ ਕਵਿਤਾ ਹੈ, ਪਰ ਇੱਕ ਵੱਖਰੇ ਕਿਸਮ ਦੀ ਪਿਆਰ ਕਵਿਤਾ ਹੈ। ਸੱਚਮੁੱਚ ਹੀ ਕੁਝ ਕਵਿਤਾਵਾਂ ਅਜਿਹੀਆਂ ਹੁੰਦੀਆਂ ਕਿ ਜਿਹੜੀਆਂ ਸਾਨੂੰ ਹਿਲਾ ਦਿੰਦੀਆਂ, ਜਿਹੜੀਆਂ ਸਾਨੂੰ ਪਕੜ ਲੈਂਦੀਆਂ। ਦੁਨੀਆ ਭਰ ਦੇ ਵਿੱਚ ਹੀ ਕਵਿਤਾ ਦੀ ਕੀ ਸਥਿਤੀ ਹੈ। ਇੱਕ ਹੋਰ ਕਵਿਤਾ ਦੇ ਵਿੱਚ ਉਹ ਲਿਖਦੀ ਹੈ ਕਿ ਮੇਰੀ ਭੈਣ ਕਵਿਤਾ ਨਹੀਂ ਲਿਖਦੀ ਤੇ ਇਸ ਗੱਲ ਦੀ ਕੋਈ ਸੰਭਾਵਨਾ ਵੀ ਨਹੀਂ ਕਿ ਉਹ ਅਚਾਨਕ ਕਵਿਤਾਵਾਂ ਲਿਖਣ ਲੱਗ ਪਵੇ। ਉਹ ਆਪਣੀ ਮਾਂ 'ਤੇ ਗਈ ਹੈ ਜਿਸ ਨੇ ਕਦੇ ਕਵਿਤਾ ਨਹੀਂ ਲਿਖੀ, ਤੇ ਪਿਤਾ ਉਹਨਾਂ ਨੇ ਵੀ ਕਦੇ ਕਵਿਤਾ ਨਹੀਂ ਲਿਖੀ। ਲਿਹਾਜ਼ਾ ਮੈਂ ਆਪਣੇ ਭੈਣ ਦੇ ਘਰੇ ਬੜਾ ਮਹਿਫੂਜ਼ ਮਹਿਸੂਸ ਕਰਦੀ ਹਾਂ। ਜਿੱਥੋਂ ਤੱਕ ਮੇਰੇ ਜੀਜੇ ਦਾ ਸਵਾਲ ਆ, ਉਹ ਜ਼ਹਿਰ ਖਾ ਲਏਗਾ ਪਰ ਕਦੇ ਕਵਿਤਾ ਨਹੀਂ ਲਿਖੇਗਾ। ਹਾਲਾਂਕਿ ਵਾਰ-ਵਾਰ ਕਹਿਣਾ ਕਿਸੇ ਜਾਪ ਵਾਂਗ ਲੱਗਣ ਲੱਗਦਾ ਹੈ, ਫਿਰ ਵੀ ਇਹ ਸੱਚ ਹੈ ਕਿ ਮੇਰੇ ਕਿਸੇ ਰਿਸ਼ਤੇਦਾਰ ਨੇ ਕਦੇ ਕੋਈ ਕਵਿਤਾ ਨਹੀਂ ਲਿਖੀ। ਮੇਰੀ ਭੈਣ ਦੀ ਦਰਾਜ਼ 'ਚ ਪੁਰਾਣੀਆਂ ਕਵਿਤਾਵਾਂ ਨਹੀਂ ਮਿਲਣਗੀਆਂ, ਨਾ ਉਹਦੇ ਪਰਸ 'ਚ ਨਵੀਆਂ ਕਵਿਤਾਵਾਂ ਦੀ ਕਾਪੀ ਮਿਲੇਗੀ। ਪਰ ਇਸ ਲਈ ਜਦ ਵੀ ਭੈਣ ਮੈਨੂੰ ਖਾਣੇ 'ਤੇ ਬੁਲਾਉਂਦੀ ਹੈ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਉਹ ਕਵਿਤਾਵਾਂ ਸੁਣਾਉਣ ਲਈ ਨਹੀਂ ਸੱਦ ਰਹੀ। ਉਹਦੇ ਬੇਹੱਦ ਸਵਾਦ ਸੂਪ ਪਿਆਉਣ ਪਿੱਛੇ ਕੋਈ ਗੁੱਝੀ ਮਨਸ਼ਾ ਨਹੀਂ ਹੁੰਦੀ। ਉਹਦੀ ਕੌਫੀ ਛਲਕਦੀ ਹੈ ਤਾਂ ਕਿਸੇ ਖਰੜੇ 'ਤੇ ਨਹੀਂ ਪੈਂਦੀ। ਅਜਿਹੇ ਵੀ ਕਈ ਪਰਿਵਾਰ ਮਿਲਣਗੇ ਕਿ ਜਿਨ੍ਹਾਂ 'ਚ ਕੋਈ ਕਵੀ ਨਹੀਂ ਹੁੰਦਾ, ਪਰ ਇੱਕ ਵਾਰ ਕਵਿਤਾ ਦਾ ਸੋਮਾ ਫੁੱਟ ਪਵੇ ਤਾਂ ਇਸ ਨੂੰ ਰੋਕਣਾ ਮੁਸ਼ਕਲ ਹੁੰਦਾ ਹੈ। ਕਦੇ ਕਦੇ ਤਾਂ ਕਵਿਤਾਵਾਂ ਪੁਸ਼ਤ ਦਰ ਪੁਸ਼ਤ ਆਉਂਦੀਆਂ ਜਾਂਦੀਆਂ ਨੇ, ਰਚ ਦਿੰਦੀਆਂ ਨੇ ਭੰਵਰ ਇੰਨੇ ਗਹਿਰੇ ਕਿ ਜਿਹਦੇ 'ਚ ਆਪਸੀ ਸੰਬੰਧਾਂ ਦੀ ਆਵਾਜ਼ ਡੁੱਬ ਜਾਵੇ। ਬਹਿਰਹਾਲ ਮੇਰੀ ਭੈਣ ਨੂੰ ਮੌਖਿਕ ਗਦ 'ਚ ਹੀ ਕੁਝ ਕਾਮਯਾਬੀ ਹੱਥ ਲੱਗੀ ਹੈ ਤੇ ਉਹਦੀ ਲਿਖਤ ਕੁਝ ਪਿਕਚਰ ਪੋਸਟ ਕਾਰਡਾਂ ਤੱਕ ਹੀ ਸੀਮਤ ਹੈ, ਜੋ ਸਫ਼ਰ ਸਮੇਂ ਲਿਖਦੀ ਰਹਿੰਦੀ ਆ ਹਰ ਸਾਲ, ਜਿਹਦੇ 'ਚੋਂ ਹਰ ਵਾਰ ਇੱਕ ਹੀ ਵਾਅਦਾ ਦੁਹਰਾਉਂਦੀ ਹੈ ਕਿ ਵਾਪਸ ਆ ਕੇ ਸਾਨੂੰ ਦੱਸੇਗੀ ਸਾਰਾ 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 ਕੁਝ ਇਸ ਬਾਰੇ। ਪਿਆਰੇ ਦੋਸਤੋ, ਮੈਂ ਹੁਣੇ ਤੁਹਾਡੇ ਨਾਲ ਇੱਕ ਕਵਿਤਾ ਦਾ ਇੱਕ ਅੰਸ਼ ਤੇ ਇੱਕ ਪੂਰੀ ਕਵਿਤਾ ਸਾਂਝੀ ਕੀਤੀ ਹੈ। ਅਸਲ ਦੇ ਵਿੱਚ ਇਹ ਕਵਿਤਾ ਮੈਂ ਤੁਹਾਨੂੰ ਜਿਹੜੀ ਸੁਣਾਈ ਆ, ਇਹ ਕਵਿਤਾ ਪ੍ਰੀ ਪੋਇਟਿਕ ਮੈਗਜ਼ੀਨ ਵਿੱਚੋਂ ਸੁਣਾਈ ਆ। ਪ੍ਰੀ ਪੋਇਟਿਕ ਮੈਗਜ਼ੀਨ ਪੰਜਾਬੀ ਦੇ ਵਿੱਚ ਇੱਕ ਵੱਖਰੇ ਕਿਸਮ ਦਾ ਮੈਗਜ਼ੀਨ ਹੈ। ਇਹਦੇ ਹੁਣ ਤੱਕ 2 ਹੀ ਅੰਕ ਆਏ ਨੇ, ਇੱਕ ਅੰਕ ਆ ਪਿਆ ਤੇ ਦੂਜਾ ਅੰਕ ਇਹ ਹੈ। ਇਹ ਮੈਂ ਦੂਜੇ ਅੰਕ 'ਚ ਕਵਿਤਾਵਾਂ ਸੁਣਾਈਆਂ। ਕੁਝ ਰਸਾਲੇ ਅਜਿਹੇ ਹੁੰਦੇ ਆ ਕਿ ਜਿਹੜੇ ਲੰਮਾ ਸਮਾਂ ਚੱਲਦੇ ਆ, ਉਹ ਇੱਕ ਸੰਸਥਾ ਦਾ ਰੂਪ ਧਾਰਨ ਕਰ ਲੈਂਦੇ। ਕੁਝ ਤਾਂ ਹੁੰਦੇ ਹੀ ਸੰਸਥਾਵਾਂ ਦੇ ਆ, ਜਿਵੇਂ ਜਨ ਸਾਹਿਤ, ਜਾਗਰਤੀ, ਪਰ ਕੁਝ ਲੰਮਾ ਸਮਾਂ ਚੱਲਦੇ ਸੰਸਥਾਵਾਂ ਦਾ ਰੂਪ ਧਾਰਨ ਕਰ ਲੈਂਦੇ, ਜਿਸ ਤਰ੍ਹਾਂ ਆਰਸੀ ਨੇ ਕੀਤਾ ਸੀ, ਜਿਸ ਤਰ੍ਹਾਂ ਪ੍ਰੀਤ ਲੜੀ, ਜਾਂ ਜਿਸ ਤਰ੍ਹਾਂ ਨਾਗਮਣੀ ਸੀ। ਅੱਜ ਕੱਲ੍ਹ ਵੀ ਕੁਝ ਰਸਾਲੇ ਨੇ ਜਿਹੜੇ ਖਾਸੇ ਮਕਬੂਲ ਨੇ, ਚੰਗੇ ਨੇ, ਕੁਝ ਪ੍ਰਕਾਸ਼ਕ ਘਰਾਂ ਦੇ ਨੇ, ਕੁਝ ਵੈਸੇ ਨੇ, ਚਾਹੇ ਉਹ ਰਾਗ ਹੋਵੇ ਤੇ ਚਾਹੇ ਉਹ ਹੁਣ ਹੋਵੇ। ਪਰ ਕੁਝ ਰਸਾਲੇ ਹੁੰਦੇ ਆ, ਉਹ ਆਉਂਦੇ ਆ, ਚੇਤਨਾ ਨੂੰ ਹਲੂਣਦੇ ਆ ਤੇ ਚਲੇ ਜਾਂਦੇ ਆ। ਕਿਸੇ ਵੇਲੇ ਇਸੇ ਨਾਂ ਦਾ ਇੱਕ ਮੈਗਜ਼ੀਨ ਚੇਤਨਾ ਨਿਕਲਿਆ ਸੀ, ਕਿਸੇ ਸਮੇਂ ਦ੍ਰਿਸ਼ਟੀ ਨਿਕਲਿਆ ਸੀ, ਕਿਸੇ ਸਮੇਂ ਸਮਤਾ ਨਿਕਲੀ ਸੀ, ਕਿਸੇ ਸਮੇਂ ਸਰਦਲ ਨਿਕਲਿਆ ਸੀ। ਇਹਨਾਂ ਰਸਾਲਿਆਂ ਨੇ ਵੀ ਮਨੁੱਖੀ ਚੇਤਨਾ ਨੂੰ, ਇੱਕ ਪੰਜਾਬੀ ਚੇਤਨਾ ਨੂੰ ਇੱਕ ਨਵੀਂ ਪਲਾਂਘ ਦਿੱਤੀ ਸੀ। ਮੈਨੂੰ ਪ੍ਰੀ ਪੋਇਟਿਕ ਜਿਹੜਾ ਮੈਗਜ਼ੀਨ ਆ ਉਹ ਇਸੇ ਕਿਸਮ ਦਾ ਹੀ ਲੱਗਦਾ ਹੈ। ਹਾਲੇ ਤੱਕ ਇਹਦੇ 2 ਹੀ ਅੰਕ ਆਏ। ਉਹਨਾਂ ਦਾ ਕੋਈ ਦਾਅਵਾ ਵੀ ਨਹੀਂ ਕਿ ਅਸੀਂ ਲੰਮਾ ਸਮਾਂ ਚਲਾਵਾਂਗੇ, ਪਰ ਇਹਦੇ ਨਾਲ ਜੁੜੇ ਨੇ ਸ਼ਿਵਦੀਪ ਤੇ ਤਨਵੀਰ। ਸ਼ਿਵਦੀਪ ਤੇ ਤਨਵੀਰ
ਖੁਦ ਵੀ ਕਵਿਤਾ ਲਿਖਦੇ ਆ, ਵੱਖਰੀ ਕਿਸਮ ਦੀ ਕਵਿਤਾ ਲਿਖਦੇ ਆ, ਪਰ ਅਨੁਵਾਦ ਵੀ ਕਰਦੇ ਨੇ ਅਤੇ ਇਸ ਰਸਾਲੇ ਨੂੰ ਚਲਾਉਂਦੇ ਆ। ਅਜਮੇਰ ਰੋਡੇ ਇਹਨਾਂ ਨਾਲ ਇੱਕ ਹੋਰ ਸ਼ਖਸ ਜੁੜਿਆ ਹੈ ਜਿਹੜਾ ਕਵਿਤਾ ਵੀ ਲਿਖਦਾ, ਅਨੁਵਾਦ ਵੀ ਕਰਦਾ, ਵਿਦੇਸ਼ ਵਿੱਚ ਰਹਿੰਦਾ। ਮੈਂ ਅੱਜ ਤੁਹਾਡੇ ਨਾਲ ਇਹ 2 ਕਵਿਤਾਵਾਂ ਦੇ ਬਹਾਨੇ ਗੱਲ ਕੀ ਕੀਤੀ ਕਿ ਬਹੁਤ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਸਾਡੀ ਕਹਾਣੀ ਵਿਸ਼ਵ ਪੱਧਰ ਦੀ ਹੈ, ਬਹੁਤ ਵਾਰ ਅਸੀਂ ਕਵਿਤਾ ਨੂੰ ਵੀ ਕਹਿ ਦਿੰਦੇ ਹਾਂ ਕਿ ਸਾਡੀ ਕਵਿਤਾ ਬੜੀ ਮਹਾਨ, ਪਰ ਵਿਸ਼ਵ ਪੱਧਰ ਦੀ ਕਵਿਤਾ ਕਿਹੋ ਜਿਹੀ ਹੈ? ਸਾਡਾ ਜਿਹੜਾ ਬਹੁਤਾ ਦਾਇਰਾ ਹੈ ਉਹ 2 ਚੀਜ਼ਾਂ ਤੱਕ ਸਿਮਟਿਆ ਹੋਇਆ ਹੈਗਾ। ਸਾਡਾ ਦਾਇਰਾ 2 ਚੀਜ਼ਾਂ ਤੱਕ ਹੀ ਸਿਮਟਿਆ ਹੋਇਆ। ਜਾਂ ਤਾਂ ਅਸੀਂ ਕਿਸੇ ਸਮੇਂ ਰੂਸੀ ਸਾਹਿਤ ਸਾਡੇ ਕੋਲ ਅਨੁਵਾਦ ਹੋ ਕੇ ਪੁੱਜ ਜਾਂਦਾ ਸੀਗਾ, ਤਾਂ ਉਹਦੇ ਵਿੱਚ ਵੀ ਜ਼ਿਆਦਾ ਮਾਕੇ ਜਿਹੜੇ ਹੈਗੇ ਸਾਡੇ ਕੋਲ ਗਲਪ ਲੇਖਕ ਹੀ ਪੁੱਜਦੇ ਸੀ, ਪਰ ਕਵਿਤਾ ਦੇ ਵਿੱਚ ਅਸੀਂ ਪੁਸ਼ਕਨ ਵਗੈਰਾ ਨੂੰ ਰੂਸੀ ਅਨੁਵਾਦਾਂ ਰਾਹੀਂ, ਰੂਸ ਤੋਂ ਹੋਏ ਅਨੁਵਾਦਾਂ ਰਾਹੀਂ ਪੰਜਾਬੀ ਵਿੱਚ ਜਾਣਦੇ। ਜਾਂ ਫਿਰ ਸਾਡੇ ਕੋਲ ਉਹ ਕਵੀ ਸੀਗੇ ਕਿ ਜਿਹੜੇ ਕਵੀ ਅੰਗਰੇਜ਼ੀ ਦੇ ਵਿੱਚ ਸਾਨੂੰ ਸਿਲੇਬਸਾਂ ਦੇ ਵਿੱਚ ਬਸਤੀਵਾਦੀ ਦੌਰ ਦੇ ਵਿੱਚ ਲੱਗੇ, ਅੱਜ ਵੀ ਉਹ ਸਾਡੇ ਸਿਲੇਬਸਾਂ ਦਾ ਭਾਗ ਨੇ, ਸਕੂਲ ਪੱਧਰ 'ਤੇ ਵੀ, ਕਾਲਜ ਪੱਧਰ 'ਤੇ ਵੀ, ਯੂਨੀਵਰਸਿਟੀ ਪੱਧਰ 'ਤੇ। ਪਰ ਦੁਨੀਆ ਪੱਧਰ 'ਤੇ ਹੋਰ ਭਾਸ਼ਾਵਾਂ ਵਿੱਚ ਕੀ ਹੋ ਰਿਹਾ, ਇਸ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ। ਤਾਂ ਇਹ ਜਿਹੜਾ ਮੈਗਜ਼ੀਨ ਆ, ਇਹ ਜਿਹੜਾ ਰਸਾਲਾ ਹੈ, ਇਹ ਅਸਲ ਵਿੱਚ ਸਾਨੂੰ ਦੁਨੀਆ ਭਰ ਦੇ ਜਿਹੜੀ ਕਵਿਤਾ ਹੈ ਉਹਦੇ ਨਾਲ ਵਾਹ ਵਾਸਤਾ ਪਾਉਂਦਾ ਹੈ। ਦੁਨੀਆ ਭਰ ਨਾਲ ਕਵਿਤਾਵਾਂ ਦੇ ਅਨੁਵਾਦ ਸਾਨੂੰ ਮਿਲ ਜਾਂਦੇ ਨੇ, ਅਸੀਂ ਦੁਨੀਆ ਭਰ ਦੀਆਂ ਕਵਿਤਾਵਾਂ ਨੂੰ ਕਦੇ ਕਦਾਈ ਪੜ੍ਹ ਵੀ ਲੈਂਦੇ ਹਾਂ, ਪਰ ਆਮ ਕਰਕੇ ਪੁਰਾਣੀਆਂ ਕਵਿਤਾਵਾਂ ਹੁੰਦੀਆਂ। ਇਸ ਰਸਾਲੇ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਮਕਾਲ ਵਿੱਚ ਕੀ ਵਾਪਰ ਰਿਹਾ, ਵਿਸ਼ਵ ਪੱਧਰ ਦੀ ਕਵਿਤਾ ਦੇ ਵਿੱਚ ਕਿਸ ਕਿਸਮ ਦੀ ਕਵਿਤਾ ਲਿਖੀ ਜਾ ਰਹੀ ਹੈ, ਉਸ ਨਾਲ ਸਾਨੂੰ ਰੂਬਰੂ ਕਰਾਉਂਦਾ। ਇਸ ਪੱਖੋਂ ਮੈਨੂੰ ਇਹ ਰਸਾਲਾ ਬਹੁਤ ਮਹੱਤਵਪੂਰਨ ਲੱਗਿਆ। ਜਿਹੜਾ ਇਹ ਅੰਕ ਆ, ਦੂਜਾ ਅੰਕ, ਇਹਦੇ ਵਿੱਚ ਉਹਨਾਂ ਨੇ ਜਿਹੜੇ ਕਵੀ ਸਾਡੇ ਰੂਬਰੂ ਕੀਤੇ ਨੇ, ਉਹਨਾਂ 'ਚ ਹੈਗਾ ਵਿਸਵਾਵਾ ਸੰਬੋਰਸਕਾ, ਉਦਯਨ ਵਾਜਪਾਈ, ਵੇਰਾ ਪਾਵਲੋਵਾ, ਲੀ ਮਿਨ ਯੋਂਗ, ਲਵਲੀ ਗੋਸਵਾਮੀ, ਨਿਕਨੋਰ ਪਾਰਾ ਅਤੇ ਪੰਜਾਬੀ ਦਾ ਕਵੀ ਹਰਨਾਮ। ਜਿੱਥੋਂ ਤੱਕ ਗੱਲ ਹੈਗੀ ਆ ਕਿ ਵਿਸਵਾਵਾ ਸੰਬੋਰਸਕਾ ਦੀ ਥੋੜ੍ਹੀ ਜਿਹੀ ਅਸੀਂ ਗੱਲ ਕਰ ਲਈ, ਪਰ ਇਹ ਵੀ ਬੜਾ ਮਹੱਤਵਪੂਰਨ ਆ ਕਿ ਉਹ ਕੇਵਲ ਕਵਿਤਾਵਾਂ ਹੀ ਨਹੀਂ ਲਿਖਦੀ, ਉਹਨੇ ਕਵਿਤਾਵਾਂ ਦੇ ਬਾਰੇ ਉਹਨੇ ਕਾਲਮ ਚਲਾਇਆ ਸੀ, ਉਹਦੇ 'ਚੋਂ ਕੁਝ ਚੀਜ਼ਾਂ ਦੇ ਜਵਾਬ ਦਿੰਦੀ ਆ, ਆਪਣੇ ਪਾਠਕਾਂ ਨੂੰ ਜਵਾਬ ਦਿੰਦੀ ਸੀ। ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਬੜੀਆਂ ਮਹੱਤਵਪੂਰਨ ਆ। ਮੰਨ ਲਓ ਕਿਸੇ ਬੰਦੇ ਨੂੰ ਕਹਿੰਦੀ ਆ ਕਿ ਤੁਹਾਨੂੰ ਨਵੇਂ ਪੈਨ ਦੀ ਲੋੜ ਆ, ਜਿਹੜਾ ਤੁਸੀਂ ਹੁਣ ਵਰਤ ਰਹੇ ਹੋ ਨਾ, ਇਹ ਬਹੁਤ ਗਲਤੀਆਂ ਕਰਦਾ ਹੈ, ਇਹ ਸ਼ਾਇਦ ਵਿਦੇਸ਼ੀ ਹੋਵੇਗਾ। ਹੁਣ ਭਾਈ ਗੱਲ ਇੱਥੇ ਪੈਨ ਦੀ ਨਹੀਂ, ਕਵੀ ਨੇ ਇਸ਼ਾਰੇ ਮਾਤਰ ਕਿਹਾ ਕਿ ਜਿਹੜਾ ਤੂੰ ਲਿਖਦਾ ਹੈ ਨਾ, ਉਹਦੇ ਉੱਤੇ ਵਿਦੇਸ਼ੀ ਕਵੀਆਂ ਦਾ ਜਾਂ ਵਿਦੇਸ਼ੀ ਸਾਹਿਤ ਦਾ ਜਾਂ ਵਿਦੇਸ਼ੀ ਵਿਚਾਰਧਾਰਾ ਦਾ ਪ੍ਰਭਾਵ ਹੈ। ਬਹੁਤ ਹੀ ਮਹੱਤਵਪੂਰਨ ਗੱਲ, ਬਹੁਤ ਹੀ ਸੂਖਮ ਰੂਪ ਵਿੱਚ ਸਾਡੀ ਇਸ ਕਵਿਤਰੀ ਨੇ ਕਿਹਾ। ਇੱਕ ਥਾਂ 'ਤੇ ਕਹਿੰਦੀ ਹੈ ਕਿ ਕਵਿਤਾ ਉਹ ਸਮੁੰਦਰੀ ਜੀਵ ਦੀ ਡਾਇਰੀ ਹੈ ਜੋ ਥਲ ਉੱਪਰ ਰਹਿੰਦਾ ਹੈ ਅਤੇ ਕਾਮਨਾ ਕਰਦਾ ਹੈ ਕਿ ਉੱਡ ਸਕੇ, ਸ਼ਾਇਦ ਉਹ ਕਦੀ ਨਾ ਕਦੀ ਉੱਡ ਹੀ ਜਾਵੇਗਾ। ਅਸੀਂ ਵਿਦਿਆਰਥੀਆਂ ਨੂੰ ਅਕਸਰ ਹੀ ਪੜ੍ਹਾਉਂਦੇ ਹਾਂ ਕਿ ਕਵਿਤਾ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਤੱਤ ਆ ਉਹ ਕਲਪਨਾ ਹੁੰਦਾ, ਪਰ ਉਹ ਕਲਪਨਾ ਨੂੰ ਕਿਸ ਤਰ੍ਹਾਂ ਉਹਨੇ ਪੇਸ਼ ਕੀਤਾ, ਸੱਚਮੁੱਚ ਹੀ ਬਹੁਤ ਵਧੀਆ ਗੱਲ ਉਹਨੇ ਕਹੀ ਹੈਗੀ। ਤਾਂ ਕੁਝ ਗੱਲਾਂ ਮੈਂ ਸਿਰਫ ਇਸ ਕਵਿਤਰੀ ਬਾਰੇ ਤੁਹਾਡੇ ਨਾਲ ਕੀਤੀਆਂ, ਹਾਲਾਂਕਿ ਉਹਨੇ ਹੋਰ ਵੀ ਬਹੁਤ ਇਸ ਰਸਾਲੇ ਦੇ ਵਿੱਚ ਕੀਤੀਆਂ, ਤੁਸੀਂ ਉਹ ਪੜ੍ਹ ਸਕਦੇ ਆ, ਪੰਜਾਬੀ ਦੇ ਵਿੱਚ ਪੜ੍ਹ ਸਕਦੇ ਆ। ਪਰ ਮੈਂ ਹੁਣ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਜਿਹੜੀਆਂ ਚੀਜ਼ਾਂ ਬੜੀਆਂ ਹੀ ਮੈਨੂੰ ਚੰਗੀਆਂ ਲੱਗੀਆਂ, ਖਾਸ ਕਰਕੇ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ ਸਾਡੇ ਸਾਹਮਣੇ ਵੇਰਾ ਪਾਵਲੋਵਾ ਨੇ। ਵੇਰਾ ਪਾਵਲੋਵਾ ਕਿਸ ਕਿਸਮ ਦੀ ਕਵਿਤਾ ਲਿਖਦੀ ਆ, ਉਹਦੇ ਵਿੱਚੋਂ ਮੈਂ ਸਿਰਫ ਇੱਕ ਪੰਕਤੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਸਿਰਫ ਇੱਕੋ ਕਵਿਤਾ ਦੀ ਛੋਟਾ ਟੁਕੜਾ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਤੇਰਾ ਦਿਲ ਤੋੜ ਦਿੱਤਾ, ਹੁਣ ਨੰਗੇ ਪੈਰੀਂ ਚੱਲਾਂਗੀ ਨਕੀਲੇ ਟੁਕੜਿਆਂ 'ਤੇ। ਮੁਹੱਬਤ ਦਾ ਇੱਕ ਵੱਖਰੇ ਕਿਸਮ ਦਾ ਇਜ਼ਹਾਰ ਇਸ ਵਿੱਚ ਦਿਖਾਈ ਦਿੰਦਾ। ਮੈਂ ਤੇਰਾ ਦਿਲ ਤੋੜ ਦਿੱਤਾ, ਹੁਣ ਨੰਗੇ ਪੈਰੀਂ ਚੱਲਾਂਗੀ ਨਕੀਲੇ ਟੁਕੜਿਆਂ 'ਤੇ। ਸੱਚਮੁੱਚ ਹੀ ਇਸ ਕਿਸਮ ਦੇ ਅਨੁਭਵ ਸਾਨੂੰ ਪ੍ਰਾਪਤ ਹੁੰਦੇ ਆ ਵਿਸ਼ਵ ਕਵਿਤਾ ਦੇ ਵਿੱਚ। ਇਸ ਕਵਿਤਰੀ ਨੇ ਵੀ ਕੁਝ ਜਿਹਨੂੰ ਕਹਿ ਸਕਦੇ ਹਾਂ ਕਿ ਕਵਿਤਾ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਆ, ਉਹ ਵੀ ਬੜੇ ਖੂਬਸੂਰਤ ਨੇ। ਉਹਨਾਂ ਵਿੱਚੋਂ ਮੈਂ ਕੁਝ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਇੱਕ ਥਾਂ 'ਤੇ ਕਹਿੰਦੀ ਹੈ ਕਿ ਮੈਂ ਕਵਿਤਾਵਾਂ ਵਿੱਚ ਸ਼ਬਦ ਇੰਝ ਰੱਖਦੀ ਹਾਂ
ਜਿਵੇਂ ਵਿਦੇਸ਼ ਯਾਤਰਾ ਸਮੇਂ ਆਪਣਾ ਸੂਟਕੇਸ ਤਿਆਰ ਕਰਦੀ, ਚੀਜ਼ਾਂ ਚੁਣਦੀ ਆ, ਸਭ ਤੋਂ ਜ਼ਰੂਰੀ, ਸਭ ਤੋਂ ਆਕਰਸ਼ਕ, ਸਭ ਤੋਂ ਹਲਕੀਆਂ, ਸਭ ਤੋਂ ਕੰਪੈਕਟ, ਉਹ ਕਿਸੇ ਹੋਰ ਦਾ ਇੱਕ ਥਾਂ ਤੇ ਪੀਸ ਸਾਂਝਾ ਕਰਦੀ ਹੈ ਬਰਾਡਸਕੀ ਦਾ, ਕਿ ਗਦ ਪੈਦਲ ਸੈਨਾ ਹੁੰਦੀ ਹੈ ਤੇ ਕਵਿਤਾ ਵਾਯੂ ਸੈਨਾ। ਕਮਾਲ ਦੀ ਗੱਲ ਹੈ। ਅਸੀਂ ਕਹਿੰਦੇ ਹਾਂ ਕਿ ਗਦ ਆ ਜਿਹੜਾ ਉਹ ਤਰਕ ਭਰਪੂਰ ਯਥਾਰਥਕ ਹੁੰਦਾ ਹੈ, ਅਤੇ ਕਵਿਤਾ ਹੈ ਜਿਹੜੀ ਉਹ ਕਲਪਨਾ ਭਰਪੂਰ ਹੁੰਦੀ ਹੈ, ਉਹ ਹਵਾਈ ਉਡਾਰੀਆਂ ਲਾਉਂਦੀ ਹੈ। ਇਸ ਕਿਸਮ ਦੀਆਂ ਗੱਲਾਂ। ਫਿਰ ਇਹ ਕਿ ਅੱਜ ਕੱਲ੍ਹ ਤਾਈਵਾਨ ਵਿੱਚ ਕੀ ਵਾਪਰ ਰਿਹਾ, ਇਹ ਲੀ ਮਿਨ ਚੁੰਗ ਦੱਸਦਾ ਸਾਨੂੰ। ਇਸੇ ਤਰ੍ਹਾਂ ਹੀ ਜਿਹੜਾ ਕੁਝ ਪਾਰਾ ਦੱਸਦਾ ਹੈ ਉਹ ਤਾਂ ਸ਼ਾਇਦ ਕੋਈ ਹੋਰ ਦੱਸ ਹੀ ਨਾ ਸਕੇ। ਖਾਸ ਕਰਕੇ ਉਹਦੀਆਂ ਜਿਹੜੀਆਂ ਕਵਿਤਾਵਾਂ ਦੇ ਨਾਲ, ਉਹ ਤਸਵੀਰਾਂ ਦੇ ਨਾਲ ਕਵਿਤਾਵਾਂ ਲਿਖਦਾ ਹੈ, ਜਾਂ ਕਵਿਤਾਵਾਂ ਦੇ ਨਾਲ ਤਸਵੀਰਾਂ ਦਿੰਦਾ, ਜਾਂ ਤਸਵੀਰਾਂ ਨਾਲ ਕਵਿਤਾਵਾਂ ਲਿਖਦਾ। ਸੱਚਮੁੱਚ ਹੀ ਬਹੁਤ ਵਧੀਆ। ਮੈਂ ਉਸ ਸੰਬੰਧੀ ਸਿਰਫ ਇੱਕੋ ਹੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਜੋ ਤੁਹਾਡੀ ਸਕਰੀਨ 'ਤੇ ਵੀ ਆਵੇਗੀ, ਕਿ ਅਮਰੀਕਾ ਜਿੱਥੇ ਲਿਬਰਟੀ ਇੱਕ ਬੁੱਤ ਹੈ। ਅਮਰੀਕਾ ਜਿੱਥੇ ਲਿਬਰਟੀ ਇੱਕ ਬੁੱਤ ਹੈ। ਸੱਚਮੁੱਚ ਹੀ ਆਪਣੇ ਆਪ ਨੂੰ ਰੱਦਣਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਆਪਣੇ ਆਪ ਨੂੰ ਰੱਦਣ ਦੀ ਜਾਂਚ ਵੀ ਕਵੀ ਕੋਲ ਹੋਣੀ ਚਾਹੀਦੀ ਹੈ। ਬਹੁਤ ਹੀ ਖੂਬਸੂਰਤ ਆ ਜਿਹੜਾ ਹੁਣ ਤੁਸੀਂ ਸਕਰੀਨ 'ਤੇ ਵੇਖ ਰਹੇ ਆ ਸ਼ਾਟ। ਕਲਾ ਸੰਬੰਧੀ ਕੰਮ ਇੱਥੇ ਜਮ੍ਹਾਂ ਕਰਾਓ। ਇਸ ਵਿੱਚ ਸਾਡੇ ਸ਼ਾਇਰ ਹਰਨਾਮ, ਪੰਜਾਬੀ ਦੇ ਸ਼ਾਇਰ ਹਰਨਾਮ ਵੀ ਦਰਜ ਹੈ। ਇਸ ਵਿੱਚ ਪੰਜਾਬੀ ਦਾ ਸ਼ਾਇਰ ਹਰਨਾਮ। ਕੁਝ ਸਾਡੇ ਜਿਹੜੇ ਕਵੀ ਨੇ, ਅਸੀਂ ਲਹਿਰਾਂ ਦੇ ਵਿੱਚ ਕਵੀਆਂ ਨੂੰ ਬਹੁਤ ਪਛਾਣਦੇ ਹਾਂ, ਪਰ ਕੁਛ ਕਵੀ ਆ ਜਿਹੜੇ ਸਾਡੇ ਲਹਿਰਾਂ ਤੋਂ ਪਾਸੇ ਰਹਿ ਜਾਂਦੇ ਆ। ਸਾਡਾ ਉਹਨਾਂ ਵੱਲ ਧਿਆਨ ਹੀ ਨਹੀਂ ਗਿਆ। ਵੱਖਰੇ ਕਿਸਮ ਦਾ ਉਹਨਾਂ ਨੇ ਪ੍ਰਯੋਗਸ਼ੀਲ ਲਹਿਰ ਤੋਂ ਵੱਖਰੇ ਤੌਰ 'ਤੇ ਨਵੇਂ ਪ੍ਰਯੋਗ ਕੀਤੇ। ਉਹ ਚਾਹੇ ਹਰਨਾਮ ਹੋਵੇ, ਚਾਹੇ ਸਤੀ ਕੁਮਾਰ ਹੋਵੇ, ਚਾਹੇ ਕਿਸੇ ਸਮੇਂ ਦੇਵ ਸੀ, ਚਾਹੇ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਾਂ, ਚਾਹੇ ਮਿੰਦਰ, ਚਾਹੇ ਦੇਵਨੀਤ ਹੋਵੇ। ਇਹ ਕਵੀਆਂ ਨੇ ਪੰਜਾਬੀ ਕਵਿਤਾ ਦੇ ਵਿੱਚ ਕੁਝ ਵੱਖਰਾ ਸਿਰਜਿਆ ਸੀ, ਅਤੇ ਉਸ ਵੱਖਰੇ ਨੂੰ ਵੀ ਸਾਨੂੰ ਪਛਾਣਨਾ ਚਾਹੀਦਾ, ਉਸ ਵੱਖਰੇ ਨੂੰ ਵੀ ਸਾਨੂੰ ਪ੍ਰਵਾਨਣਾ ਚਾਹੀਦਾ। ਮੈਂ ਇਹ ਸਮਝਦਾ ਕਿ ਜਿਹੜੇ ਕਵੀ ਕਵਿਤਾ ਲਿਖਦੇ ਆ, ਉਹਨਾਂ ਨੂੰ ਵੀ, ਜਿਹੜੇ ਵਿਸ਼ਵ ਕਵਿਤਾ ਦੀ ਭਾਲ ਵਿੱਚ ਆ, ਉਹਨਾਂ ਲਈ ਵੀ ਪ੍ਰੀ ਪੋਇਟਿਕਾ ਦੇ ਇਹ ਦੋਨੇ ਅੰਕ ਸਾਂਭਣਯੋਗ ਆ, ਪੜ੍ਹਨਯੋਗ, ਮਾਨਣਯੋਗ ਆ। ਇਹਦੇ ਨਾਲ ਤੁਹਾਡੀ ਸੋਚ ਦੇ ਦਸਤ ਦੇ ਚੌੜੇ ਹੋਣਗੇ। ਮੈਂ ਪਿਛਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰ ਰਿਹਾ ਸੀ ਕਿ ਪੰਜਾਬੀ ਦੇ ਵਿੱਚ ਵਿਸ਼ਵ ਜਿਹੜੀ ਅਨੁਵਾਦ ਹੋਈ ਕਵਿਤਾ, ਉਹਦਾ ਇੱਕ ਸੰਗ੍ਰਹਿ ਤਿਆਰ ਕਰਾਂ, ਤਾਂ ਮੈਨੂੰ ਲੱਗਿਆ ਕਿ ਇਹ ਕੰਮ ਵੱਡੀ ਪੱਧਰ 'ਤੇ ਪ੍ਰੀ ਪੋਇਟਿਕਾ ਨੇ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ। ਸੱਚਮੁੱਚ ਹੀ ਇਹ ਕੰਮ ਸਲਾਹੁਣਯੋਗ ਆ। ਸਾਨੂੰ ਚੰਗੇ ਦੀ ਸਲਾਹੁਤਾ ਕਰਨੀ ਚਾਹੀਦੀ।